नमस्ते बच्चों, स्वागत है थोड़ा जवंत नौवीं मैं स्मिता रानी आज तुहानूं करवाउण जा रही हैं मोहन भंडारी द्वारा लिखी हुई कहानी सब सुख शांत है। लेकिन इस तो पहला कि आप कहानी करिए, आप मोहन भंडारी जी बारे एक छोटी जी जान पहचान कर लैंदे आ। मोहन भंडारी का जन्म 14 फरवरी 1937 ईस्वी नूं पिंड बनभौरा जिला संगरूर विखे माता श्रीमती भगवान देवी और पिता श्री नत्थू राम के घर होया। ਉਹ ਪੰਜਾਬੀ ਦੇ ਸਿਰਮੌਰ ਕਹਾਣੀਕਾਰਾਂ ਵਿੱਚ ਗਿਣੇ ਜਾਂਦੇ ਹਨ। ਹੁਣ ਤੱਕ ਉਹਨਾਂ ਨੇ 6 ਮੌਲਿਕ ਕਹਾਣੀ ਸੰਗ੍ਰਹਿ, ਮਨੁੱਖ ਦੀ ਪੈੜ, ਕਾਠ ਦੀ ਲੱਤ, ਪਛਾਣ, ਮੂਨ ਦੀ ਅੱਖ ਤੇ ਗੋਰਾ ਬਾਦਸ਼ਾਹ ਲਿਖ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਮੋਹਨ ਭੰਡਾਰੀ ਨੇ 9ਵੀਂ ਸ਼੍ਰੇਣੀ 'ਚ ਪੜ੍ਹਦਿਆਂ ਪਲੇਠੀ ਕਹਾਣੀ ਅਦਵਾਟਾ ਲਿਖੀ। ਚੰਡੀਗੜ੍ਹ ਵਿੱਚ ਰਹਿੰਦਿਆਂ ਉਹ ਬੁਨਿਆਦੀ ਤੌਰ 'ਤੇ ਮਾਲਵੇ ਦੇ ਉਸ ਪੇਂਡੂ ਸੱਭਿਆਚਾਰ ਨਾਲ ਜੁੜੇ ਹੋਏ ਸਨ ਜਿਸ ਦੇ ਉਹ ਜੰਮਪਲ ਸਨ। ਉਹਨਾਂ ਦੇ ਪਾਤਰ ਮਲਵੇ ਦੇ ਬੇਜ਼ਮੀਨੇ ਖੇਤ ਮਜ਼ਦੂਰ, ਕੰਮੀ ਅਤੇ ਗਰੀਬ ਕਿਸਾਨ ਹਨ। ਉਹ ਪੇਂਡੂ ਜੀਵਨ ਵਿੱਚ ਘਰੋਗੀ ਮਸਲਿਆਂ, ਰਿਸ਼ਤਿਆਂ, ਦੋਸਤੀਆਂ, ਦੁਸ਼ਮਣੀਆਂ ਦੇ ਬਾਵਜੂਦ ਇੱਕ ਸੰਤੁਲਨ ਨੂੰ ਲੱਭਦੇ ਹਨ ਜਿਸ ਨਾਲ ਉਪਰੋਕਤ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਪਿੰਡ ਦੀ ਸਮੁੱਚੀ ਹੋਂਦ ਕਾਇਮ ਹੈ। ਉਹ ਪੰਜਾਬ ਸਿੱਖਿਆ ਵਿਭਾਗ ਚੰਡੀਗੜ੍ਹ ਦੇ ਬਤੌਰ ਸੁਪਰੀਡੈਂਟ ਗ੍ਰੇਡ 1 ਸੇਵਾ ਮੁਕਤ ਹੋਏ। ਮੋਹਨ ਭੰਡਾਰੀ ਨੂੰ ਉਹਨਾਂ ਦੀ ਕਹਾਣੀ ਸੰਗ੍ਰਹਿ ਦਿਲਚੌਲੀ ਤੇ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਮਿਲਿਆ। ਪਛਾਣ ਕਹਾਣੀ ਸੰਗ੍ਰਹਿ ਨੂੰ ਕੁਲਵੰਤ ਸਿੰਘ ਵਿਰਕ ਪੁਰਸਕਾਰ ਦਿੱਤਾ ਗਿਆ। ਕਹਾਣੀ ਸੰਗ੍ਰਹਿ ਮੂਨ ਦੀ ਅੱਖ ਨੂੰ 1998 ਈਸਵੀ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਭੰਡਾਰੀ ਨੇ ਆਪਣੀਆਂ ਕਹਾਣੀਆਂ ਤੋਂ ਇਲਾਵਾ ਬਹੁਤ ਸਾਰਾ ਹੋਰ ਸਾਹਿਤ ਵੀ ਪੰਜਾਬੀ ਵਿੱਚ ਅਨੁਵਾਦ ਕੀਤਾ। ਉਹਨਾਂ ਨੇ ਭਾਰਤ ਦੇ ਕਈ ਪ੍ਰਸਿੱਧ ਲੇਖਕਾਂ ਦੇ ਕਹਾਣੀ ਸੰਗ੍ਰਹਿ ਵੀ ਸੰਪਾਦਿਤ ਕੀਤੇ। ਤਾਂ ਇਹ ਕਹਾਣੀ ਜਿਹੜੀ ਹੈ ਉਹ ਹੈ, ਇਸ ਵਿੱਚ ਲੇਖਕ ਨੇ ਪਿੰਡ ਦੇ ਲੋਕਾਂ ਦਾ ਦੁੱਖ ਦਰਦ ਬਿਆਨ ਕੀਤਾ ਹੋਇਆ ਹੈ। ਕਹਾਣੀ ਦਾ ਮੁੱਖ ਪਾਤਰ ਲੇਖਕ ਉਹਨਾਂ ਦੇ ਸਾਰੇ ਦੁੱਖਾਂ ਸੁੱਖਾਂ ਦਾ ਇੱਕ ਤਰ੍ਹਾਂ ਨਾਲ ਭਾਈਵਾਲ ਹੀ ਬਣ ਜਾਂਦਾ ਹੈ। ਕੁੜੀਆਂ ਉਸ ਕੋਲੋਂ ਆਪਣੇ ਆਪਣੇ ਪਤੀਆਂ ਨੂੰ ਪ੍ਰੇਮ ਭਰੀਆਂ ਚਿੱਠੀਆਂ ਲਿਖਵਾਉਂਦੀਆਂ ਹਨ। ਕਈ ਐਨੀਆਂ ਅਣਭੋਲ ਹਨ ਜੋ ਲੇਖਕ ਨੂੰ ਕਹਿੰਦੀਆਂ ਹਨ, ਸਾਨੂੰ ਲੋਕਾਂ ਵਾਂਗੂ ਟੋਟਕੇ ਤਾਂ ਘੜਨੇ ਨਹੀਂ ਆਉਂਦੇ ਤੇ ਆਪ ਹੀ ਲਿਖਦੇ, ਜਿਹੜੀ ਗੱਲ ਤੈਨੂੰ ਚੰਗੀ ਲੱਗਦੀ ਹੈ, ਵਿੱਚ ਸਾਡੀ ਰਾਮ ਸਤੀ ਜ਼ਰੂਰ ਲਿਖਦੇ ਹੋ। ਬਜ਼ੁਰਗ ਔਰਤਾਂ ਵੀ ਉਸ ਕੋਲ ਆਪਣੇ ਰੋਣੇ ਰੋਂਦੀਆਂ, ਕਬੀਲਦਾਰ ਲੋਕ ਵੀ ਉਸ ਤੋਂ ਆਪਣੀਆਂ ਚਿੱਠੀਆਂ ਲਿਖਵਾਉਂਦੇ। ਅਖੀਰ ਵਿੱਚ ਹਰ ਕੌਰ ਜਾਗਰ ਫੌਜੀ ਦੀ ਮਾਂ ਆਪਣੇ ਪੁੱਤਰ ਨੂੰ ਚਿੱਠੀ ਲਿਖਵਾਉਂਦੀ ਹੈ ਜਿਸ ਵਿੱਚ ਉਹ ਆਸੇ ਪਾਸੇ ਦੀਆਂ ਗੱਲਾਂ ਲਿਖਵਾਉਣ ਤੋਂ ਬਾਅਦ ਸਭ ਤੋਂ ਵੱਧ ਮਹੱਤਵਪੂਰਨ ਗੱਲ ਨੂੰ ਸਭ ਤੋਂ ਪਿੱਛੋਂ ਲਿਖਵਾਉਂਦੀ ਹੋਈ ਕਹਿੰਦੀ ਹੈ, ਹੋਰ ਲਿਖਦੇ ਪੁੱਤ ਬਈ ਕਰਤਾਰੋ ਦੇ ਘਰ ਕਾਕਾ ਹੋ ਕੇ ਗੁਜ਼ਰ ਗਿਆ, ਕਰਤਾਰੋ ਮੰਜੇ 'ਤੇ ਮਰਨ ਵਾਲੀ ਪਈ ਹੈ। ਹੋਰ ਪੁੱਛਣ 'ਤੇ ਕੀ ਹੋਰ ਕੁਝ ਲਿਖਣਾ ਹੈ ਤਾਂ ਕਹਿੰਦੀ ਹੈ, ਬਸ ਪੁੱਤ ਲਿਖ ਦੇ, ਬਾਕੀ ਸਭ ਸੁੱਖ ਸਾਂਦ ਹੈ। ਇਹ ਸੁਣ ਕੇ ਲੇਖਕ ਸੁੰਨ ਹੋ ਜਾਂਦਾ ਹੈ ਤੇ ਕਲਮ ਉਸ ਦੇ ਹੱਥੋਂ ਡਿੱਗ ਪੈਂਦੀ ਹੈ। ਤਾਂ ਚਲਿਓ ਬੱਚੋ ਕਰਦੇ ਹਾਂ ਆਪਾਂ ਇਹ ਕਹਾਣੀ। ਸਾਡੀ ਬੀਹੀ ਦੇ ਲਗਭਗ 50 ਘਰਾਂ ਨੇ ਆਪੋ ਆਪਣੀ ਰਾਏ ਕਾਇਮ ਕਰ ਲਈ ਸੀ। ਕੋਈ ਕਹਿੰਦਾ ਸੀ ਮੋਹਨਾ ਹੰਕਾਰ ਕਿਹਾ ਹੈ, ਇਹ ਸਮਝਦਾ ਹੈ ਕਿ ਸਾਡੇ ਸਾਰੇ ਪਿੰਡ 'ਚ ਮੈਥੋਂ ਸਿਵਾ ਹੁਣ ਚਿੱਠੀ ਲਿਖਣ ਵਾਲਾ ਹੋਰ ਕੋਈ ਨਹੀਂ। ਲੋਕੀ ਚਿੱਠੀਆਂ ਲਿਖਵਾਉਣ ਲਈ ਤੜਫਦੇ ਤੇ ਵਿਲੋਂ ਕਰਦੇ ਫਿਰਨਗੇ। ਕੋਈ ਕਹਿੰਦਾ 10ਵੀਂ ਕਾਹਦੀ ਕਰ ਲਈ, ਇਸ ਮੁੰਡੇ ਦਾ ਦਿਮਾਗ ਹੀ ਅਸਮਾਨੇ ਚੜ੍ਹ ਗਿਆ ਹੈ, ਇਹ ਹੁਣ ਰੱਬ ਨੂੰ ਟੱਪ ਦੱਸਦਾ ਹੈ। ਭਲੇ ਵੇਲੇ ਇੱਕ ਬੌਰੀ ਜਿਹੀ ਹੀ ਪਤਲੂਨ ਮਿਲ ਗਈ, ਉਹ ਪਾ ਕੇ ਪੱਟੀਆਂ ਵਾਹ ਕੇ ਸਰਦਾਰਾਂ ਦੇ ਮੁੰਡਿਆਂ ਨਾਲ ਵਿਆਹ 'ਚ ਗੇੜੇ ਮਾਰਦਾ ਰਹਿੰਦਾ ਹੈ। ਕਦੇ ਬਾਹਰ ਖੇਤੀ ਟੱਕਰ ਗਿਆ ਕੱਲਾ ਤਾਂ ਨਾਨਕੇ ਯਾਦ ਕਰਵਾ ਦਿਆਂਗੇ ਇਹਦੇ। ਆਪਣੇ ਆਪ ਨੂੰ ਨਾਢੋ ਖਾ ਸਮਝਦਾ ਹੈ, ਨਾਲੇ ਦੇਖ ਲਾਂਗੇ ਇਹਦੀ ਹਮੈਤੀ ਨੂੰ ਜਿਹੜਾ ਮੋਹਰੇ ਆਊਗਾ। ਲੋਕ ਭੁਸਰ ਗਏ ਸਨ। ਸਾਰੇ ਮਹੱਲੇ 'ਚ ਤਰਾਹ ਹੋ ਰਹੀ ਸੀ। ਸਭ ਨੇ ਆਪੋ ਆਪਣੀ ਰਾਏ ਕਾਇਮ ਕਰ ਲਈ ਸੀ। ਬੀਹੀ ਦੀਆਂ ਬੋੜੀਆਂ ਦੀ ਘੁਸਰ ਮੁਸਰ ਕਰਦੀਆਂ ਰਹਿੰਦੀਆਂ, ਉਂਗਲਾਂ ਕੱਢ ਗੱਲਾਂ ਕਰਦੀਆਂ। ਨਵੀਆਂ ਵਿਆਹੀਆਂ ਕੁੜੀਆਂ ਹਰਾਸੀਆਂ ਰਹਿੰਦੀਆਂ, ਬਿਤਰ ਦੇਖਦੀਆਂ ਰਹਿੰਦੀਆਂ। ਹੋਰ ਉਹ ਕਿਸ ਤੋਂ ਚਿੱਠੀਆਂ ਲਿਖਵਾਉਂਦੀਆਂ, ਕਬੀਲਦਾਰੀ ਦੇ 100 ਪੜ੍ਹਦੇ ਹੁੰਦੇ ਨੇ, ਉਹ ਸੋਚਦੀਆਂ। ਅਸਲੀ ਗੱਲ ਬਾਰੇ ਕੋਈ ਧਿਆਨ ਨਹੀਂ ਸੀ ਦਿੰਦਾ। ਗੱਲ ਤਾਂ ਦਰਅਸਲ ਇਹ ਸੀ ਕਿ ਮੈਂ ਪੂਰੇ 5 ਵਰ੍ਹੇ ਚਿੱਠੀਆਂ ਲਿਖਦਾ ਰਿਹਾ ਸਾਂ। 5ਵੀਂ ਤੋਂ ਲੈ ਕੇ 10ਵੀਂ ਤੱਕ ਚਿੱਠੀਆਂ ਲਿਖ ਕੇ ਮੈਂ ਅੱਕ ਗਿਆ ਸਾਂ। ਲੋਕੀ ਚਿੱਠੀਆਂ ਲਿਖਵਾਉਂਦੇ ਵੀ ਤਾਂ
ਸਿੱਧੀ ਤਰ੍ਹਾਂ ਨਹੀਂ ਸਨ। ਕੁੜੀਆਂ 4-4 ਸਫ਼ਿਆਂ ਦੀਆਂ ਚਿੱਠੀਆਂ ਲਿਖਵਾਉਂਦੀਆਂ ਸਨ। ਚਿੱਠੀਆਂ ਵਿੱਚ ਦੋਹੇ, ਟੀਚਰਾਂ ਤੇ ਤੁਕਾਂ ਜੋੜ-ਜੋੜ ਲਿਖਵਾਉਂਦੀਆਂ ਸਨ। ਹਾਲਾਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਚਿੱਠੀ ਲਿਖਣ ਵਾਲਾ ਕੋਈ ਹੋਰ ਹੈ, ਪਰ ਉਹ ਛਾਤੀ 'ਤੇ ਹੱਥ ਰੱਖ ਕੇ, ਅੱਖਾਂ ਮੀਚ ਕੇ ਕਹਿੰਦੀਆਂ, ਲਿਖ, ਚਿੱਠੀ ਲਿਖਦੀ ਹਾਂ ਖੂਨ ਨਾਲ, ਸਿਆਹੀ ਨਾ ਸਮਝਣਾ, ਮਰ ਗਈ ਹਾਂ ਤੇਰੀ ਯਾਦ ਵਿੱਚ, ਜਿਉਂਦੀ ਨਾ ਸਮਝਣਾ। ਮੈਨੂੰ ਕਈ ਮਿੰਟ ਉਡੀਕਣਾ ਪੈਂਦਾ ਕਿ ਉਹ ਸਮਾਧੀ 'ਚੋਂ ਨਿਕਲਣ ਤੇ ਅਗਲੀ ਗੱਲ ਲਿਖਵਾਉਣ। ਅਗਲੀ ਗੱਲ ਹੁੰਦੀ, ਇਹਨਾਂ ਪਰਦੇਸੀਆਂ 'ਤੇ ਨਾ ਕਰਨਾ ਇਤਵਾਰ ਲੋਕੋ, ਇਹ ਰੱਸੀ ਦਾ ਸੱਪ ਬਣਾ ਦਿੰਦੇ। ਕੋਈ ਕਹਿੰਦੀ, ਇਉਂ ਲਿਖਦੇ ਬਈ, ਉਹ ਸਾਨੂੰ ਚਿੱਠੀ ਪਾ ਦੇਵੇ ਕਿ ਉਹ ਇਸ ਮਹੀਨੇ ਦੇ ਅੰਦਰ ਮੈਨੂੰ ਲੈਣ ਆਊਗਾ। ਭਾਵੇਂ ਨਾ ਹੀ ਆਵੇ, ਪਰ ਇਸ ਤਰ੍ਹਾਂ ਚਿੱਠੀ ਜ਼ਰੂਰ ਲਿਖ ਦੇਵੇ। ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖ ਮੈਂ ਥੱਕ ਗਿਆ ਸਾਂ। ਵਾਰਿਸ ਸ਼ਾਹ ਦੀ ਬੈਂਤ ਤੋਂ ਲੈ ਕੇ ਕਬੀਰ ਦੇ ਦੋਹੇ ਤੱਕ ਉਹ ਆਪਣੀਆਂ ਚਿੱਠੀਆਂ 'ਚ ਪਤਾ ਨਹੀਂ ਕਿ ਕਿਉਂ ਲਿਖਵਾਉਂਦੀਆਂ ਸਨ। ਹੋਰ ਛੋਟੇ ਟੋਟਕਿਆਂ ਦਾ ਅੰਤ ਨਹੀਂ ਸੀ। ਪਤਾ ਨਹੀਂ ਕਿ ਕੁਝ ਲਿਖਵਾਉਂਦੀਆਂ ਰਹਿੰਦੀਆਂ ਸਨ ਉਹ। ਕੋਈ ਕਹਿੰਦੀ, ਵੇ ਮੋਹਣਿਆ, ਸਾਨੂੰ ਲੋਕਾਂ ਵਾਂਗੂ ਟੋਟਕੜੇ ਤਾਂ ਘੜਨੇ ਨਹੀਂ ਆਉਂਦੇ, ਤੂੰ ਆਪੇ ਲਿਖ ਦੇ ਜਿਹੜੀ ਗੱਲ ਤੈਨੂੰ ਚੰਗੀ ਲੱਗਦੀ ਹੈ। ਵਿੱਚ ਸਾਡੀ ਰਾਮ ਸਤੀ ਜ਼ਰੂਰ ਲਿਖ ਦੇ। ਮੈਂ ਪਰੇਸ਼ਾਨ ਹੋ ਜਾਂਦਾ, ਆਖਰ ਮੈਂ ਆਪਣੇ ਆਪ ਕੀ ਲਿਖਾਂ ਤੇ ਕੀ ਨਾ ਲਿਖਾਂ। ਬੁੜੀਆਂ ਆਪਣੇ ਰੋਣੇ ਰੋਂਦੀਆਂ। ਕਿਸੇ ਦੀ ਨੂੰਹ ਕੁਪੱਤੀ ਸੀ, ਕਿਸੇ ਦੀ ਧੀ ਦੁਖੀ ਸੀ, ਕਿਸੇ ਦਾ ਪੁੱਤ ਫੌਜ 'ਚ ਭਰਤੀ ਹੋ ਗਿਆ ਸੀ, ਕਿਸੇ ਦਾ ਹੱਥ ਤੰਗ ਸੀ, ਮੁਕੱਦਮਾ ਉਹਨਾਂ ਨੂੰ ਖਾਈ ਜਾ ਰਿਹਾ ਸੀ। ਮਹੀਨੇ 'ਚ 2-2 ਤਰੀਕਾਂ ਪੈਂਦੀਆਂ ਸਨ। ਕਿਸੇ ਦੀ ਧੀ ਨੂੰ ਲੰਮੀ ਬਿਮਾਰੀ ਸੀ, ਸਹੁਰੇ ਉਹਨੂੰ ਜਾਂਦੇ ਨਹੀਂ ਸਨ। ਉਹ ਪੇਕਿਆਂ ਦਾ ਬੂਹਾ ਮੱਲੀ ਬੈਠੀ ਸੀ। ਉਹ ਨਾ ਮਰਦੀ ਸੀ ਤੇ ਨਾ ਰਾਜੀ ਹੁੰਦੀ ਸੀ। ਡਾਕਟਰ ਨੇ ਨਿੱਤ ਨਵੇਂ ਲੋਦੇ ਲਾ ਕੇ ਕੁੜੀ ਦਾ ਸਰੀਰ ਛਾਣ ਦਿੱਤਾ ਸੀ। ਡਾਕਟਰ ਦਾ ਘਰ ਭਰ ਰਿਹਾ ਸੀ। ਉਹ ਦਿਨ ਬ ਦਿਨ ਕੰਗਾਲ ਹੋ ਰਹੇ ਸਨ। ਗੱਲ ਕੀ, ਲੋਕਾਂ ਦੇ ਦੁੱਖ ਲਿਖ ਮੈਂ ਦੁਖੀ ਹੋ ਜਾਂਦਾ ਸੀ। ਸਾਰਾ ਦਿਨ ਸੋਚਦਾ ਰਹਿੰਦਾ ਸਾਂ, ਇਹ ਲੋਕ ਵੀ ਕਦੇ ਰਾਜੀ ਖੁਸ਼ੀ ਹੋਣਗੇ, ਖੁਸ਼ੀਆਂ ਮਨਾਉਣਗੇ ਤੇ ਮੈਥੋਂ ਸੋਹਣੀਆਂ ਗੱਲਾਂ ਲਿਖਵਾਉਣਗੇ। ਉਹ ਗੱਲਾਂ ਜਿਹੜੀਆਂ ਮੈਨੂੰ ਦੁਖੀ ਨਾ ਕਰਨ, ਮੈਨੂੰ ਖੁਸ਼ ਰੱਖਣ, ਸਦਾ ਖੁਸ਼। ਸੋਚਦਾ ਮੈਂ ਗੌਤਮ ਬੁੱਧ ਦੀ ਫਿਲਾਸਫੀ 'ਚ ਜਾ ਵੜਦਾ। ਇਹਨਾਂ ਦੁਨੀਆ ਦੁੱਖਾਂ ਦਾ ਘਰ ਹੈ। ਇਹ ਵਚਨ ਮੇਰੇ ਦਿਮਾਗ ਵਿੱਚ ਗੂੰਜਦਾ ਰਹਿੰਦਾ। ਮੇਰਾ ਜੀ ਕਰਦਾ ਮੈਂ ਪਿੰਡ ਭੱਜ ਜਾਵਾਂ, ਦੂਰ, ਜਿੱਥੇ ਕੋਈ ਮੈਨੂੰ ਜਾਣਦਾ ਨਾ ਹੋਵੇ। ਉੱਥੇ ਨਾ ਮੈਥੋਂ ਕੋਈ ਚਿੱਠੀ ਲਿਖਵਾਏਗਾ ਤੇ ਨਾ ਹੀ ਮੈਂ ਦੁਖੀ ਹੋਵਾਂਗਾ। ਕਪੂਰੇ ਦਾ ਪੁੱਤ ਮੀਕਾ, ਮੇਲੇ ਦੀ ਧੀ ਸਰਬਤੀ ਦੇ ਨਾਈਆਂ ਦਾ ਘੋਟਾ, ਇਹ ਸਾਰੇ ਜਣੇ ਹੁਣ 5ਵੀਂ 'ਚ ਹੋ ਗਏ ਸਨ। ਮੈਂ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਹੁਣ ਉਹਨਾਂ ਤੋਂ ਲਿਖਵਾ ਲਿਆ ਕਰਨ ਲੋਕ ਚਿੱਠੀਆਂ, ਪਰ ਉਹ ਕਹਿੰਦੇ ਸਨ ਕਿ ਕਿਹਦੇ ਸਾਹਮਣੇ ਆਪਣੇ ਘਰ ਦਾ ਭੇਤ ਉਹ ਖੋਲ੍ਹਦੇ ਫਿਰਨ। ਕਬੀਲਦਾਰੀ ਦੇ 100 ਪੜਦੇ ਹੁੰਦੇ ਹਨ। ਮੌਨ ਸਿਆਂ ਤੋਂ ਕਦੇ ਅਸੀਂ ਕੋਈ ਗੱਲ ਲੁਕਾ ਕੇ ਨਹੀਂ ਰੱਖੀ। ਹਰ ਗੱਲ ਆਪਣੇ ਧੀਆਂ ਪੁੱਤਾਂ ਵਾਂਗ ਤੇਰੇ ਨਾਲ ਕਰ ਲੈਂਦੇ ਹਾਂ। ਆਪਣੇ ਦਿਲ ਫੋਲ ਲੈਂਦੇ ਹਾਂ ਤੇ ਤੇਰੇ ਕੋਲ ਹੋ ਕੇ ਹੀ ਇੱਥੇ ਬਸ ਆਪਣਾ ਦਿਲ ਹੌਲਾ ਹੋ ਜਾਂਦਾ ਹੈ। ਨਾਲੇ ਤੂੰ ਸਾਡੀ ਸੁਣ ਵੀ ਲੈਣਾ ਹੈ ਧਿਆਨ ਨਾਲ। ਉਹਨਾਂ ਦਾ ਲਾਡ ਨਾਲ ਕਿਹਾ, ਮੋਹਨ ਸਿਆਂ ਮੈਨੂੰ ਚੰਗਾ ਲੱਗਦਾ। ਉਹ ਸੱਚੇ ਵੀ ਸਨ। ਮੈਂ ਉਹਨਾਂ ਦੇ ਘਰਾਂ ਦੀ ਹਰ ਗੱਲ, ਹਰ ਘਟਨਾ ਥੋੜ ਤੇ ਲੋੜ ਤੋਂ ਜਾਣੂ ਸਾਂ, ਜਿਵੇਂ ਮੈਂ ਉਹਨਾਂ ਦੇ ਟੱਬਰ ਦਾ ਹੀ ਇੱਕ ਜੀਅ ਹੋਵਾਂ। ਇਹ ਸੋਚ ਕੇ ਮੈਂ ਨੀਵੀਂ ਪਾ ਲੈਂਦਾ ਤੇ ਮੈਨੂੰ ਸ਼ਰਮ ਜਿਹੀ ਆ ਜਾਂਦੀ। ਆਖਰ 2 ਲਫ਼ਜ਼ ਲਿਖਣ ਪਿੱਛੇ ਮੈਂ ਉਹਨਾਂ ਨੂੰ ਇੰਨਾ ਕਿਉਂ ਤੰਗ ਕਰਦਾ ਸਾਂ, ਕਿਉਂ ਜਵਾਬ ਦੇ ਦਿੰਦਾ ਸਾਂ ਚਿੱਠੀ ਲਿਖਣ ਤੋਂ। ਪਰ ਇਸ ਦੇ ਬਾਵਜੂਦ ਮੇਰੀ ਝਿੜਕ ਦੂਰ ਨਾ ਹੋਈ। ਹਰ ਮੌਕੇ 'ਤੇ ਮੈਂ ਉਹਨਾਂ ਨੂੰ ਟਾਲਣ ਦੀ ਕੋਸ਼ਿਸ਼ ਕਰਦਾ। ਹਰ ਰੋਜ਼ ਹੀ ਕੱਲ੍ਹ ਨੂੰ ਲਿਖ ਦਿਓ ਕਹਿ ਕੇ ਲਾਗਾ ਲਾ ਛੱਡਦਾ। ਪਤਾ ਨਹੀਂ ਹੁਣ ਚਿੱਠੀ ਲਿਖਵਾਉਣ ਲਈ ਕਿਸੇ ਦੇ ਘਰ ਜਾਣ ਲੱਗਿਆ ਮੈਨੂੰ ਸ਼ਰਮ ਕਿਉਂ ਮਹਿਸੂਸ ਹੁੰਦੀ ਸੀ। ਪਤਾ ਨਹੀਂ ਮੈਂ ਕਿਉਂ ਝਿਜਕਦਾ ਸਾਂ। ਅਜੇ ਪਰਸੋਂ ਦੀ ਗੱਲ ਹੈ, ਜਾਗਰ ਫੌਜੀ ਦੀ ਮਾਂ ਹਰਕੌਰ ਮੈਨੂੰ ਆਪਣੇ ਘਰ ਲਿਜਾਣ ਲਈ ਆਈ, ਮੇਰੇ ਕੋਲੋਂ ਚਿੱਠੀ ਲਿਖਵਾਉਣ ਲਈ। ਪਹਿਲਾਂ ਤਾਂ ਮੈਂ ਟਾਲ ਮਟੋਲ ਕਰਦਾ ਰਿਹਾ, ਪਰ ਜਦੋਂ ਉਹਦੀਆਂ ਅੱਖਾਂ ਭਰ ਆਈਆਂ ਤਾਂ ਮੈਂ ਨੀਵੀਂ ਪਾ ਲਈ ਤੇ ਉਹਦੇ ਪਿੱਛੇ ਤੁਰ ਪਿਆ। ਆਪਣੇ ਘਰ ਜਾ ਕੇ ਉਹਨੇ ਬਾਹਰਲੇ ਦਰਵਾਜ਼ੇ ਕੋਲ ਮੇਰੀ ਖਾਤਰ ਪੀੜੀ ਢਾਹ ਦਿੱਤੀ। ਮੈਂ ਚੁੱਪ ਕਰਕੇ ਬੈਠ ਗਿਆ। ਉਹ ਉੱਠ ਕੇ ਕਾੜ੍ਹਨੀ 'ਚੋਂ ਦੁੱਧ ਗਲਾਸ ਭਰ ਕੇ ਲਿਆਈ। ਮੈਂ ਬੜੀ ਨਾਂਹ ਨੁੱਕਰ ਕੀਤੀ, ਪਰ ਉਸ ਕਿਹਾ, ਪੀ ਲੈ ਪੁੱਤ, ਕਿਹੜਾ ਜੈ ਖਾਣਾ ਆਪਾਂ ਮੁੱਲ ਲਿਆਂਦਾ ਕਿਤੋਂ। ਸੁੱਖ ਨਾਲ 2 ਲਵੇਰੀਆਂ ਖੜੀਆਂ ਨੇ ਘਰ। ਬੇਸ਼ੱਕ
ਲੈ ਜਿਆ ਕਰ ਵੇਲੇ ਕੁਵੇਲੇ, ਲੋੜ ਪੈ ਜਾਵੇ ਜੇ ਕਦੇ। ਅਸੀਂ ਪੁੱਤ ਤੇਰੇ ਹੱਕ ਨਹੀਂ ਰੱਖਦੇ, ਬਸ ਚਿੱਠੀ ਦੇ ਬੋਲ ਜ਼ਰਾ ਚੰਗੇ ਲਿਖਦੇ। ਆ ਲੈ ਫੜ ਕਾਟ। ਉਹਨੇ ਕਾਂਸੀ ਦੇ ਥਾਲੀ 'ਤੇ ਰੱਖ ਕੇ ਪੋਸਟ ਕਾਰਡ ਮੈਨੂੰ ਫੜਾ ਦਿੱਤਾ। ਪਹਿਲਾਂ ਦੁੱਧ ਦੀ ਘੁੱਟ ਭਰ ਲੈ ਪੁੱਤ। ਬੈ ਭਰ ਚੋ, ਉਹ ਪਿੱਤਲ ਦੇ ਗਲਾਸ ਵੱਲੋਂ ਇਸ਼ਾਰਾ ਕਰਦਿਆਂ ਕਿਹਾ। ਮੈਂ ਸੰਗਦਿਆਂ ਸੰਗਦਿਆਂ ਗਲਾਸ ਮੂੰਹ ਲਾ ਲਿਆ, ਪਰ ਇੱਕਦਮ ਮੂੰਹ ਤੋਂ ਲਾ ਲਿਆ। ਗਰਮ ਗਰਮ ਦੁੱਧ ਨੇ ਮੇਰੀ ਜੀਭ, ਗਰਮ ਗਰਮ ਗਲਾਸ ਨੇ ਮੇਰੇ ਬੁੱਲ੍ਹ ਫੂਕ ਦਿੱਤੇ। ਮੈਨੂੰ ਬੁੜੀ 'ਤੇ ਬਹੁਤ ਗੁੱਸਾ ਆਇਆ। ਮੇਰੀ ਜੀਭ ਅਜੇ ਵੀ ਜਲੂੰ ਜਲੂੰ ਕਰ ਰਹੀ ਸੀ। ਥੋੜ੍ਹੀ ਬੁੜੀ ਵੀ ਡਰ ਜੀ ਗਈ। ਉਹਨੇ ਦੁੱਧ ਫੈਂਟ ਫੈਂਟ ਪਾਣੀ ਵਰਗਾ ਕਰ ਦਿੱਤਾ, ਜਿਹੜਾ ਮੈਂ ਇੱਕੋ ਸਾਹ ਪੀ ਗਿਆ। ਅੰਦਰੋਂ ਮੱਲੇ ਓਲਿਓਂ ਕਿਸੇ ਦੀ ਹਾਏ ਹਾਏ ਦੀ ਆਵਾਜ਼ ਆਈ। ਪੁੱਛਣ 'ਤੇ ਪਤਾ ਲੱਗਾ ਕਿ ਉਹ ਕਰਤਾਰੋ ਸੀ, ਹਰਕੌਰ ਦੀ ਨੂੰਹ, ਜਿਸ ਪਰਸੋਂ ਪੁੱਤ ਜੰਮਿਆ ਸੀ। ਅੰਦਰ ਮੰਜੇ 'ਤੇ ਪਈ ਉਹ ਕਰਾ ਰਹੀ ਸੀ। ਉਹਨੂੰ ਪਰਸੋਂ ਤੋਂ ਹੀ ਦਰਦ ਹੋ ਰਿਹਾ ਸੀ, ਜਿਹੜਾ ਅਜੇ ਤੱਕ ਨਹੀਂ ਸੀ ਟਿਕਿਆ। ਬੁੜੀ ਨੇ ਹੌਕਾ ਭਰ ਕੇ ਕਿਹਾ, ਪੁੱਤ ਮੋਹਣਿਆ, ਜ਼ਰਾ ਚੰਗੀ ਤਰ੍ਹਾਂ ਲਿਖੀ ਚਿੱਠੀ। ਜਿਹਨੂੰ ਪੜ੍ਹ ਕੇ ਮੁੰਡਾ ਫੌਜ 'ਚੋਂ ਨਾਵਾਂ ਕਟਾ ਆਵੇ। ਅਸੀਂ ਬਹੁਤ ਦੁਖੀ ਹਾਂ ਪੁੱਤ। ਉਹਦੀਆਂ ਅੱਖਾਂ ਫੇਰ ਭਰ ਆਈਆਂ। ਮੇਰਾ ਵੀ ਦਿਲ ਬੜਾ ਖਰਾਬ ਜਿਹਾ ਹੋ ਗਿਆ। ਮੈਂ ਆਪਣੇ ਵੱਲੋਂ ਰਾਜੀ ਖੁਸ਼ੀ ਲਿਖੀ, ਉਹਦੇ ਰਾਜੀ ਖੁਸ਼ੀ ਪੁੱਛੀ, ਤੇ ਫੇਰ ਸਵਾਲੀਆਂ ਨਜ਼ਰਾਂ ਨਾਲ ਬੁੜੀ ਵੱਲ ਵੇਖਣ ਲੱਗ ਪਿਆ। ਲਿਖ ਪੁੱਤ ਬਈ ਉਹਦਾ ਬਾਪੂ 5ਵੀਂ ਤਰੀਕ 'ਤੇ ਜਾ ਆਇਆ। ਐਸ 15 ਦੀ ਫੇਰ ਪੇਸ਼ੀ ਪੈ ਗਈ। ਹੋਰ? ਮੈਂ ਲਿਖ ਕੇ ਪੁੱਛਿਆ। ਦੀਪੋ ਦੇ ਪ੍ਰਾਹੁਣੇ ਦਾ ਅਜੇ ਕੋਈ ਪਤਾ ਨਹੀਂ ਕਿੱਥੇ ਗਿਆ, ਕਿੱਥੇ ਹੈ ਕਿੱਥੇ ਨਹੀਂ। ਉਹ ਵੀ ਗੌਰ ਕਰਕੇ ਉੱਧਰੋਂ ਤੋਂ ਪਤਾ ਕੱਢੇ। ਬੂਰੀ ਮੈਂ ਸੈਦਕਾਂ ਤੋਂ ਗਈ। ਨਾਲੇ ਉਹਦੀ ਪੂੰਛ ਨੂੰ ਬਾਹਮਣੀ ਲੱਗ ਗਈ ਸੀ, ਪਰ ਹੁਣ ਠੀਕ ਹੈ। ਪੂੰਛ ਵੱਢ ਕੇ ਮੈਂਸ ਦੀ ਕਦਰ ਵੀ ਅੱਧੀ ਰਹਿ ਗਈ। ਮੈਨੂੰ ਪਤਾ ਨਾ ਲੱਗਾ ਕਿ ਇਹ ਗੱਲ ਉਹਨੇ ਮੇਰੇ ਨਾਲ ਕੀਤੀ ਸੀ ਜਾਂ ਲਿਖਣ ਲਈ ਕਹੀ ਸੀ, ਪਰ ਮੈਂ ਲਿਖ ਹੀ ਦਿੱਤੀ। ਨਾਰੇ ਬਲਦ ਦਾ ਕੰਨਾ ਮਤਾੜਿਆ ਗਿਆ ਐਤਕੀ। ਜੇ ਪਤਾ ਹੁੰਦਾ ਬਾਹਰੋਂ ਨੂੰ ਨਾ ਵੇਚਦੇ, ਪਰ ਵੇਚਦੇ ਵੀ ਕਿੱਦਾਂ ਨਾ, ਹਾਲਾ ਜੋ ਦੇਣਾ ਸੀ। ਖੇਤੀਆਂ ਤਾਂ ਜੈ ਖਾਣੀਆਂ, ਐਤਕੀ ਪਾਣੀ ਨਹੀਂ ਮਾਰ ਲਈਆਂ। ਕਾਲਜੇ 'ਚ ਰੁੱਗ ਭਰਦੇ, ਗੋਡੇ ਗੋਡੇ ਪਾਣੀ ਦੇਖ ਕੇ ਖੇਤਾਂ ਦੇ। ਉਹ ਲਗਾਤਾਰ ਬੋਲੀ ਗਈ। ਇਹ ਬਾਰੂ ਕੌਣ ਹੋਇਆ? ਮੈਂ ਪੁੱਛਿਆ। ਆਪਣਾ ਵੱਛਾ ਸੀ ਪੁੱਤ, ਘਰ ਦਾ ਪਾਲਿਆ ਹੋਇਆ। ਮੈਂ ਚੰਦਰੇ ਨੂੰ ਸਾਰਾ ਦੁੱਧ ਛੱਡਦੀ ਰਹੀ ਹਾਂ। ਮੁੰਡਾ ਕਹਿੰਦਾ ਵੇਚਣਾ ਨਹੀਂ, ਬੜਾ ਸੋਹਣਾ ਵਹਿਕੜਾ ਨਿਕਲੋ। ਉਹਦੀਆਂ ਮੇਲੇ ਤੋਂ ਲਿਆਂਦੀਆਂ ਘੁੰਗਰਾਲਾਂ ਤੇ ਨੱਥਾਂ ਅਜੇ ਬਹੂ ਦੇ ਸੰਦੂਕ 'ਚ ਜਿਉਂ ਦੀਆਂ ਤਿਉਂ ਪਈਆਂ ਨੇ। ਸਾਨੂੰ ਪਾਉਣੀਆਂ ਵੀ ਨਸੀਬ ਨਾ ਹੋਈਆਂ। ਜਿੱਦਣ ਵਿਕ ਗਿਆ, ਤੇਰੇ ਚਾਚੇ ਨੇ ਟੁੱਕ ਦੀ ਇੱਕ ਬੁਰਕੀ ਨਾ ਖਾਧੀ। ਥਮੱਲੇ ਨਾਲ ਲੱਗ ਕੇ ਬੈਠਾ ਰਿਹਾ ਸਾਰਾ ਦਿਨ, ਨੀਵੀਂ ਪਾ ਕੇ। ਹੋਰ ਕੀ ਲਿਖਾਂ ਚਾਚੀ? ਮੈਂ ਕੁਵੇਲੇ ਹੁੰਦਾ ਦੇਖ ਕੇ ਕਿਹਾ। ਹੋਰ ਲਿਖ ਦੇ ਪੁੱਤ ਬਈ ਕਰਤਾਰੋ ਦੇ ਘਰ ਕਾਕਾ ਹੋ ਕੇ ਗੁਜ਼ਰ ਗਿਆ। ਕਰਤਾਰੋ ਮੰਜੇ 'ਤੇ ਮਰਨ ਵਾਲੀ ਪਈ ਹੈ। ਜਲਦੀ ਤੋਂ ਜਲਦੀ ਸਾਹਿਬ ਨੂੰ ਕਹਿ ਕੇ ਨਾਵਾਂ ਕਟਾ ਦੇਵੇ, ਚਿੱਠੀ ਨੂੰ ਤਾਰ ਸਮਝੇ। ਮੈਂ ਸੁੰਨ ਹੋ ਗਿਆ। ਕਿੰਨਾ ਸੋਹਣਾ ਸੀ ਗੋਬਲਾ ਜਿਹਾ ਮੇਰਾ ਪੋਤਾ। ਇੰਨ ਬਿੰਨ ਬਾਪ 'ਤੇ ਗਿਆ ਸੀ। ਤਿੱਖਾ ਤਿੱਖਾ ਨੱਕ, ਚੌੜਾ ਮੱਥਾ ਤੇ ਭਰਮਾ ਚਿਹਰਾ, ਮੂੰਹ ਜਿਵੇਂ ਹੰਸੂ ਹੰਸੂ ਕਰਦਾ ਸੀ। ਜਦੋਂ ਦੀਵੇ ਚਾਨਣੇ ਮੈਂ ਵੇਖਿਆ, ਇਉਂ ਲੱਗਿਆ ਜਿਵੇਂ ਸਾਮਰਤਕ ਮੇਰਾ ਪੁੱਤ ਆ ਗਿਆ ਹੋਵੇ ਛੁੱਟੀ ਲੈ ਕੇ ਫੌਜ 'ਚੋਂ। ਉਸੇ ਵੇਲੇ ਮੇਰਾ ਮੱਥਾ ਠਣਕਿਆ। ਮੈਂ ਕਿਹਾ, ਹਰ ਕੁਰੇ ਤੇਰੇ ਘਰ ਤੇਰਾ ਦੂਜਾ ਪੁੱਤ ਜੰਮਿਆ। ਜਦੋਂ ਸੁੱਖ ਨਾਲ ਗੱਭਰੂ ਹੋ ਗਿਆ, ਦੁਨੀਆ ਖੜੀ ਹੋ ਦੇਖੋ। ਰੱਬ ਸੁੱਖ ਰੱਖੇ, ਲੰਮੀ ਉਮਰ ਦੇਵੇ ਮੇਰੇ ਪੋਤੇ ਨੂੰ, ਪਰ ਸਾਡੇ ਭਾਗ ਖੋਟੇ। ਬੁੜੀ ਆਪੇ ਬੁੜਬੁੜਾਈ। ਭਾਬੀ ਦੀ ਉਮਰ ਲੰਮੀ ਚਾਹੀਦੀ ਹੈ ਚਾਚੀ, ਇਹਦਾ ਧਿਆਨ ਨਾਲ ਇਲਾਜ ਕਰਵਾ, ਨਾਲੇ ਜਿਉਂਦਾ ਰਹੇ ਸਾਡਾ ਭਾਈ। ਉਹਦੀ ਲਿਖੀ ਹੀ ਇੰਨੀ ਕਿਉਂ ਸੀ? ਮੈਂ ਦਿਲਾਸਾ ਦਿੰਦਿਆਂ ਕਿਹਾ। ਚਾਚੀ ਨੇ ਸਿਰ 'ਤੇ ਰੱਖੇ ਖੱਦਰ ਦੇ ਪਰਨੇ ਨਾਲ ਅੱਖਾਂ ਪੁੰਝੀਆਂ। ਲਿਖ ਤਾਂ ਪੁੱਤ ਸਭ ਕੁਛ, ਚਾਚੀ ਨੇ ਕਿਹਾ। ਆਹੋ ਚਾਚੀ, ਮੈਂ ਬੜੀ ਮੁਸ਼ਕਿਲ ਨਾਲ ਕਹਿ ਸਕਿਆ। ਚੰਗਾ ਪੁੱਤ, ਇੱਕ ਵਾਰੀ ਸਾਰੀ ਚਿੱਠੀ ਵਾਚ ਕੇ ਸੁਣਾ ਦੇ ਮੈਨੂੰ। ਕੋਈ ਭੁੱਲੀ ਚੁੱਕੀ ਗੱਲ ਚੇਤੇ ਆ ਜੂ, ਨਾਲੇ ਉਹਦੀਆਂ ਅੱਖਾਂ 'ਚ ਤਰਲਾ ਸੀ। ਮੈਂ ਸਾਰੀ ਚਿੱਠੀ ਪੜ੍ਹ ਕੇ ਸੁਣਾ ਦਿੱਤੀ। ਬਸ ਚਾਚੀ? ਮੈਂ ਐਡਰੈਸ ਲਿਖਦਿਆਂ ਪੁੱਛਿਆ। ਬਸ ਪੁੱਤ ਲਿਖ ਦੇ, ਬਾਕੀ ਸਭ ਸੁੱਖ ਸਾਂਦ ਹੈ। ਤਾਂ ਇਹ ਸੀ ਬੱਚਿਓ ਕਹਾਣੀ, ਜਿਹਦਾ ਸ਼ੀਰਸ਼ਕ ਸੀ ਬਾਕੀ ਸਭ ਸੁੱਖ ਸਾਂਦ ਹੈ। ਮੋਹਨ ਭੰਡਾਰੀ ਜੀ ਨੇ ਇਸ ਵਿੱਚ
ਲੇਖਕ ਦੁਆਰਾ ਜਿਹੜੇ ਪਿੰਡ ਦੇ ਲੋਕ ਹੈ ਉਹਨਾਂ ਦੀ ਜਿਹੜੇ ਮਨ ਦੀ ਵਿਅਥਾ ਹੈ ਉਸ ਦੇ ਬਾਰੇ ਵਿੱਚ ਬੜਾ ਸੋਹਣਾ ਵਰਣਨ ਕੀਤਾ ਹੈ ਕਿ ਕਿਵੇਂ ਉਹ ਚਿੱਠੀਆਂ ਲਿਖਵਾਉਣ ਦੇ ਲਈ ਲੇਖਕ ਕੋਲੇ ਆਉਂਦੇ ਸਨ, ਕਿਉਂਕਿ ਉਹਨਾਂ ਨੂੰ ਚਿੱਠੀ ਨਹੀਂ ਸੀ ਲਿਖਣੀ ਆਉਂਦੀ, ਅਤੇ ਆਪਣੇ ਦੁੱਖ ਸੁੱਖ ਉਸ ਦੇ ਨਾਲ ਸਾਂਝੇ ਕਰਦੇ ਸਨ। ਤਾਂ ਇਹ ਪਿੰਡਾਂ ਦੇ ਵਿੱਚ ਇਹ ਜਿਹੜਾ ਪੜ੍ਹਿਆ ਲਿਖਿਆ ਬੱਚਾ ਹੁੰਦਾ ਸੀ ਉਸ ਤੋਂ ਪਿੰਡ ਵਾਲੇ ਬੜੇ ਮਾਣ ਨਾਲ ਚਿੱਠੀਆਂ ਲਿਖਵਾਉਂਦੇ ਹੁੰਦੇ ਸਨ, ਅਤੇ ਉਹਨਾਂ ਨੂੰ ਉਮੀਦ ਹੁੰਦੀ ਸੀ ਕਿ ਜੇਕਰ ਉਹ ਆਪਣੇ ਦੁੱਖ ਸੁੱਖ ਸਾਂਝੇ ਕਰਨਗੇ ਤਾਂ ਉਹ ਰਾਜ਼ ਹੀ ਰਹੇਗਾ। ਅਤੇ ਇਹ ਸੀ ਬੱਚਿਓ ਕਹਾਣੀ, ਬਾਕੀ ਸਭ ਸੁੱਖ ਸਾਂਦ ਹੈ। ਉਮੀਦ ਕਰਦੀ ਹਾਂ ਤੁਸੀਂ ਇਹ ਵੀਡੀਓ ਐਂਡ ਤੱਕ ਦੇਖਿਆ ਹੋਏਗਾ ਅਤੇ ਤੁਹਾਨੂੰ ਸਮਝ ਵੀ ਆ ਗਿਆ ਹੋਏਗਾ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਤਦ ਤੱਕ ਸਤਿ ਸ਼੍ਰੀ ਅਕਾਲ, ਰੱਬ ਰਾਖਾ।